सत श्री अकाल, नमस्कार सारिਆਂ ਨੂੰ। आई होप कि सारिਆਂ ਦੀ प्रिपरेशन बहुत अच्छी चल रही होएगी। ਤਾਂ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਮੈਡੀਵਲ ਹਿਸਟਰੀ ਆਫ ਪੰਜਾਬ। ਮੈਡੀਵਲ ਟਾਈਮਸ ਦੇ ਵਿੱਚ ਪੰਜਾਬ ਦੇ ਵਿੱਚ ਮੁਸਲਮਾਨਾਂ ਦਾ ਆਗਮਨ ਹੋਇਆ। ਸਭ ਤੋਂ ਪਹਿਲਾਂ ਗਜ਼ਨਵੀ ਆਏ, ਫਿਰ ਗੋਰੀ ਆਏ, ਫਿਰ ਕੁਤਬੁਦੀਨ ਐਬਕ ਆਇਆ, ਫਿਰ ਖਲਜੀ, ਤੁਗਲਕ, ਲੋਧੀ ਅਤੇ ਮੁਗਲ ਵੰਸ਼ ਆਇਆ। 15ਵੀਂ ਅਤੇ 16ਵੀਂ ਸ਼ਤਾਬਦੀ ਦੇ ਵਿੱਚ ਪੰਜਾਬ ਦੇ ਇਤਿਹਾਸ ਨੇ ਇੱਕ ਟਰਨਿੰਗ ਪੁਆਇੰਟ ਲਿੱਤਾ। ਤਾਂ ਸਭ ਤੋਂ ਪਹਿਲਾਂ ਆਪਾਂ ਮਹਿਮੂਦ ਗਜ਼ਨਵੀ ਦੇ ਬਾਰੇ ਪੜਾਂਗੇ। ਮਹਿਮੂਦ ਗਜ਼ਨਵੀ ਵੰਸ਼ ਦੇ ਸੰਸਥਾਪਕ ਸਬੁਕਤੀਗੀਨ ਦਾ ਪੁੱਤਰ ਸੀ, ਜੋ ਕਿ ਇੱਕ ਤੁਰਕ ਸੋਲਜਰ ਸੀ, ਰਾਈਟ। ਤਾਂ ਮਹਿਮੂਦ ਗਜ਼ਨਵੀ ਨੇ ਪੰਜਾਬ ਦੀ ਧਰਤੀ ਦੇ ਉੱਤੇ 17 ਵਾਰ ਹਮਲੇ ਕੀਤੇ। ਉਸ ਟਾਈਮ ਪੰਜਾਬ ਦੀ ਧਰਤੀ ਦੇ ਉੱਤੇ ਹਿੰਦੂ ਸ਼ਾਹੀ ਰਾਜਿਆਂ ਦਾ ਰਾਜ ਸੀ। ਤਾਂ ਮਹਿਮੂਦ ਗਜ਼ਨਵੀ ਦੇ ਹਮਲਿਆਂ ਤੋਂ ਤੰਗ ਹੋ ਕੇ ਹਿੰਦੂ ਸ਼ਾਹੀ ਰਾਜਿਆਂ ਨੂੰ 4 ਵਾਰ ਆਪਣੀ ਰਾਜਧਾਨੀ ਬਦਲਣੀ ਪਈ। ਹੌਲੀ ਹੌਲੀ ਮਹਿਮੂਦ ਗਜ਼ਨਵੀ ਅੱਗੇ ਵੱਧਦਾ ਗਿਆ ਅਤੇ ਹਿੰਦੂ ਸ਼ਾਹੀ ਰਾਜੇ ਪਿੱਛੇ ਹਟਦੇ ਗਏ। 1021 ਈਸਵੀ ਤੱਕ ਪੰਜਾਬ ਦੇ ਬਹੁਤ ਹਿੱਸੇ ਤੇ ਗਜ਼ਨਵੀਆਂ ਦਾ, ਤੁਰਕਾਂ ਦਾ ਰਾਜ ਸਥਾਪਿਤ ਹੋ ਗਿਆ, ਰਾਈਟ। ਤਾਂ ਇਸ ਤੋਂ ਬਾਅਦ ਆਇਆ ਮੁਹੰਮਦ ਗੌਰੀ, ਸ਼ਹਾਬੂਦੀਨ ਮੁਹੰਮਦ ਮਹਿਮੂਦ ਗਜ਼ਨਵੀ ਤੋਂ ਬਹੁਤ ਜ਼ਿਆਦਾ ਡਿਟਰਮਿੰਡ ਸੀ। ਉਹ ਸਿਰਫ ਲੁੱਟ ਖਸੁੱਟ ਹੀ ਮਚਾਉਣਾ ਨਹੀਂ ਚਾਹੁੰਦਾ ਸੀ, ਸਗੋਂ ਉਹ ਇੱਕ ਵਾਈਡਰ ਜੋ ਹੈ ਨਜ਼ਰੀਆ ਰੱਖਦਾ ਸੀ। ਉਸਦਾ ਬਹੁਤ ਜ਼ਿਆਦਾ ਐਂਬੀਸ਼ੀਅਸ ਸੀ ਐਂਡ ਉਸਦਾ ਮੋਟਿਵ ਸੀ ਕਿ ਪਹਿਲਾਂ ਪੰਜਾਬ ਦੇ ਉੱਤੇ ਆਪਣਾ ਕਬਜ਼ਾ ਕਰਕੇ ਉਸ ਤੋਂ ਬਾਅਦ ਪੂਰੇ ਇੰਡੀਆ ਦੇ ਉੱਤੇ ਉਹ ਆਪਣਾ ਕਬਜ਼ਾ ਸਥਾਪਿਤ ਕਰਨਾ ਚਾਹੁੰਦਾ ਸੀ। ਪਰ ਇੱਕ ਵਾਰ 1206 ਈਸਵੀ ਦੇ ਵਿੱਚ ਜਦੋਂ ਉਹ ਪੰਜਾਬ ਦੀ ਇੱਕ ਮੁਹਿੰਮ ਤੋਂ ਵਾਪਿਸ ਜਾ ਰਿਹਾ ਸੀ ਤਾਂ ਇੱਕ ਪੰਜਾਬੀ ਗੱਖੜ ਨੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਆਇਆ ਉਸਦਾ ਇੱਕ ਸਲੇਵ, ਉਸਦਾ ਇੱਕ ਦਾਸ ਗੁਲਾਮ ਕੁਤਬੁਦੀਨ ਐਬਕ। ਤਾਂ ਕੁਤਬੁਦੀਨ ਐਬਕ ਬਹੁਤ ਹੀ ਕਾਬਿਲ ਰੂਲਰ ਸੀ। ਉਸਨੇ ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਦੇ ਲਈ ਬਹੁਤ ਯਤਨ ਕੀਤੇ, ਕਿਉਂਕਿ ਇਸ ਟਾਈਮ ਪੰਜਾਬ ਦੇ ਉੱਤੇ ਜੋ ਇਨਵੇਡ ਕਰਨਾ ਸ਼ੁਰੂ ਕੀਤਾ ਮੰਗੋਲਾਂ ਨੇ। ਕੁਤਬੁਦੀਨ ਐਬਕ ਨੇ ਸਲੇਵ ਡਾਇਨੈਸਟੀ ਦੀ ਸਥਾਪਨਾ ਕੀਤੀ ਸੀ, ਰਾਈਟ। ਤਾਂ ਸਲੇਵ ਡਾਇਨੈਸਟੀ ਦੀ ਸਥਾਪਨਾ ਕੁਤਬੁਦੀਨ ਐਬਕ ਨੇ ਕੀਤੀ ਸੀ। ਤਾਂ ਪੰਜਾਬ ਜੋ ਹੈ ਇਹ ਅਲੱਗ-ਅਲੱਗ ਪਾਰਟਸ ਦੇ ਵਿੱਚ ਉਸ ਟਾਈਮ ਡਿਵਾਈਡਡ ਸੀ। ਉਹ ਕਿਹੜੇ ਸਨ? ਜਲੰਧਰ, ਲਾਹੌਰ, ਮੁਲਤਾਨ, ਸਰਹੰਦ ਅਤੇ ਸਮਾਣਾ, ਰਾਈਟ। ਤਾਂ ਇਹਨਾਂ ਸਾਰਿਆਂ ਦੇ ਅਲੱਗ-ਅਲੱਗ ਰੂਲਰ ਸਨ, ਜਿਨ੍ਹਾਂ ਨੇ ਆਪਣੇ ਜੋ ਟੈਰੀਟਰੀ ਦੀ ਰੱਖਿਆ ਕਰਨ ਦੇ ਵਾਸਤੇ ਬਹੁਤ ਯਤਨ ਕੀਤੇ। ਕੁਤਬੁਦੀਨ ਐਬਕ ਨੇ ਵੀ ਇਸ ਤਰ੍ਹਾਂ ਹੀ ਕੀਤਾ। ਉਸਨੇ ਆਪਣੀ ਜੋ ਕੈਪੀਟਲ ਸੀ ਉਹ ਦਿੱਲੀ ਤੋਂ ਬਦਲ ਕੇ ਲਾਹੌਰ ਕਰ ਦਿੱਤੀ, ਰਾਈਟ। ਤਾਂ ਇਸ ਤੋਂ ਬਾਅਦ ਜੋ ਸਲੇਵ ਡਾਇਨੈਸਟੀ ਦੇ ਹੋਰ ਰੂਲਰ ਸਨ, ਇਲਤੁਤਮਿਸ਼, ਬਲਬਨ, ਇਹ ਬਹੁਤ ਹੀ ਕਾਬਿਲ ਰੂਲਰ ਸਨ। ਇਹਨਾਂ ਨੇ ਵੀ ਆਪਣੀਆਂ ਸਰਹੱਦਾਂ ਦੀ ਰਾਖੀ ਦੇ ਲਈ ਬਹੁਤ ਯਤਨ ਕੀਤੇ। ਤਾਂ ਰਜ਼ੀਆ ਸੁਲਤਾਨ ਫਸਟ ਵੂਮਨ ਰੂਲਰ ਸੀ ਇੰਡੀਆ ਦੀ। ਇਹ ਵੀ ਬਹੁਤ ਕਾਬਿਲ ਰੂਲਰ ਸੀ ਉਸ ਟਾਈਮ ਦੀ। ਪਰੰਤੂ ਉਸ ਟਾਈਮ ਦੇ ਜੋ ਤੁਰਕ ਨੋਬਲ ਸਨ ਉਹ ਇਹ ਬਰਦਾਸ਼ਤ ਨਹੀਂ ਕਰ ਸਕੇ ਕਿ ਉਹਨਾਂ ਦੀ ਜੋ ਸ਼ਾਸਕ ਹੈ ਉਹ ਇੱਕ ਫੀਮੇਲ ਹੋਵੇ, ਰਾਈਟ। ਤਾਂ ਇਸ ਲਈ ਰਜ਼ੀਆ ਸੁਲਤਾਨ ਨੂੰ ਮਰਵਾ ਦਿੱਤਾ ਗਿਆ ਸੀ। ਬਹਿਰਾਮ ਨੇ ਰਜ਼ੀਆ ਸੁਲਤਾਨ ਨੂੰ ਮਾਰ ਦਿੱਤਾ ਸੀ, ਰਾਈਟ। ਤਾਂ ਉਸ ਤੋਂ ਬਾਅਦ ਆਈ ਆਪਣੇ ਕੋਲ ਖਿਲਜੀ ਡਾਇਨੈਸਟੀ। ਜਲਾਲੂਦੀਨ ਖਿਲਜੀ ਵੰਸ਼ ਦਾ ਮੋਢੀ ਸੀ ਐਂਡ ਜਲਾਲੂਦੀਨ ਖਿਲਜੀ ਨੂੰ ਇਸਦੇ ਨੈਫਿਊ, ਇਸਦੇ ਭਤੀਜੇ ਅਲਾਉਦੀਨ ਖਿਲਜੀ ਨੇ ਮਾਰ ਦਿੱਤਾ ਸੀ। ਅਲਾਉਦੀਨ ਖਿਲਜੀ ਬਹੁਤ ਹੀ ਪਾਵਰਫੁਲ ਸ਼ਾਸਕ ਸੀ, ਰਾਈਟ। ਅਤੇ ਉਸਨੇ ਆਪਣੇ ਸ਼ਾਸਨ ਨੂੰ ਬਹੁਤ ਜ਼ਿਆਦਾ ਜੋ ਹੈ ਇਸਦਾ ਵਿਸਥਾਰ ਕੀਤਾ। ਤਾਂ ਇਸ ਦੀ ਝਲਕ ਤੁਸੀਂ ਦੇਖੀ ਹੋਏਗੀ ਪਦਮਾਵਤ ਮੂਵੀ ਦੇ ਵਿੱਚ, ਰਾਈਟ। ਤਾਂ ਉਸ ਤੋਂ ਬਾਅਦ ਆਉਂਦੀ ਹੈ ਤੁਗਲਕ ਡਾਇਨੈਸਟੀ ਦਾ ਫਾਊਂਡਰ ਸੀ ਗਿਆਸੁਦੀਨ ਤੁਗਲਕ। ਇਸ ਦਾ ਨਾਮ ਗਾਜ਼ੀ ਮਲਿਕ ਵੀ ਸੀ, ਰਾਈਟ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਗਿਆਸੁਦੀਨ ਤੁਗਲਕ ਤੋਂ ਬਾਅਦ ਜੋ ਅਗਲੇ ਰੂਲਰ ਆਉਂਦੇ ਹਨ ਉਹ ਸਨ ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਦੇ ਟਾਈਮ ਤੇ ਪੰਜਾਬ ਦੀ ਧਰਤੀ ਨੇ ਬਹੁਤ ਪ੍ਰੋਸਪਰਸ ਟਾਈਮ ਦੇਖਿਆ, ਬਹੁਤ ਖੁਸ਼ਹਾਲੀ ਦੇਖੀ। ਇਸ ਟਾਈਮ ਜੋ ਹੈ ਐਗਰੀਕਲਚਰ ਬਹੁਤ ਜ਼ਿਆਦਾ ਆਪਣੀ ਬਹੁਤ ਅੱਛੀ ਪੋਜੀਸ਼ਨ ਦੇ ਵਿੱਚ ਸੀ ਐਗਰੀਕਲਚਰ, ਰਾਈਟ। ਐਂਡ ਫਿਰੋਜ਼ ਸ਼ਾਹ ਤੁਗਲਕ ਨੇ ਇੱਕ ਦਿੱਲੀ ਦੇ ਨੇੜੇ ਇੱਕ ਸ਼ਹਿਰ ਵਸਾਇਆ ਸੀ ਜਿਸ ਦਾ ਨਾਮ ਉਸਨੇ ਫਿਰੋਜ਼ਾਬਾਦ ਰੱਖਿਆ, ਰਾਈਟ। ਤਾਂ ਯੂ ਕੈਨ ਰਿਮੈਂਬਰ ਦਿਸ। ਉਸ ਤੋਂ ਬਾਅਦ ਜੋ ਤੁਗਲਕ ਵੰਸ਼ ਦਾ ਐਂਡ ਹੁੰਦਾ ਹੈ, ਤੁਗਲਕ ਵੰਸ਼ ਦਾ ਜੋ ਨਾਸ਼ ਹੁੰਦਾ ਹੈ ਉਹ ਹੁੰਦਾ ਹੈ ਇਨਵੇਜਨ ਆਫ ਤੈਮੂਰ ਦੇ ਨਾਲ। ਤਾਂ 1398 ਈਸਵੀ ਦੇ ਵਿੱਚ ਤੈਮੂਰ ਜੋ ਹੈ ਇਨਵੇਡ ਕਰਦਾ ਹੈ, ਰਾਈਟ। ਉਹ ਦਿੱਲੀ ਦੇ ਵਿੱਚ 15 ਕੁ ਦਿਨ ਰਹਿੰਦਾ ਹੈ ਐਂਡ ਉਸ ਤੋਂ ਬਾਅਦ ਇੱਥੋਂ ਵਾਪਸ ਚਲਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਪੰਜਾਬ ਦੇ ਉੱਤੇ ਸ਼ਾਸਨ ਆਉਂਦਾ ਹੈ ਲੋਧੀ ਡਾਇਨੈਸਟੀ ਦਾ, ਵਿਚ ਵਾਸ ਫਾਊਂਡਡ ਬਾਈ ਬਹਿਲੋਲ ਲੋਧੀ। ਐਂਡ ਲੋਧੀ ਵੰਸ਼ ਦੇ ਇੱਕ ਰੂਲਰ ਇਬਰਾਹਿਮ ਲੋਧੀ ਦੇ ਟਾਈਮ ਤੇ ਉਸਦਾ ਇੱਕ ਵਾਇਸਰਾਏ ਸੀ ਦੌਲਤ ਖਾਨ ਲੋਧੀ। ਦੌਲਤ ਖਾਨ ਲੋਧੀ ਨੇ
ਬਾਬਰ ਨੂੰ ਜੋ ਕਿ ਇੱਕ ਮੁਗਲ ਸੀ ਉਸਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਉੱਤੇ ਹਮਲਾ ਕਰੇ। ਤਾਂ ਉਸਦੇ ਸੱਦੇ ਤੇ ਬਾਬਰ ਜੋ ਹੈ ਪੰਜਾਬ ਤੇ ਅਟੈਕ ਕਰਦਾ ਹੈ। ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਫਸਟ ਬੈਟਲ ਆਫ ਪਾਨੀਪਤ ਹੁੰਦੀ ਹੈ। ਫਸਟ ਬੈਟਲ ਆਫ ਪਾਨੀਪਤ ਹੋਈ ਸੀ ਜਿਸ ਦੇ ਵਿੱਚ ਬਾਬਰ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਅਤੇ ਪੰਜਾਬ ਦੇ ਉੱਤੇ ਹੁਣ ਸ਼ਾਸਨ ਆ ਜਾਂਦਾ ਹੈ ਮੁਗਲਾਂ ਦਾ, ਰਾਈਟ। ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿ ਬਾਬਰ ਨੇ ਜੋ ਹੈ ਆਪਾਂ ਇਹ ਅੱਗੇ ਹਿਸਟਰੀ ਆਫ ਸਿੱਖੀਜ਼ਮ ਦੇ ਵਿੱਚ ਕਰਾਂਗੇ ਕਿ ਉਸਨੇ ਸੈਦਪੁਰ ਵਿਖੇ ਜਦੋਂ ਸੈਦਪੁਰ ਉਸਨੇ ਜਿੱਤ ਲਿਆ ਸੀ, ਬਾਬਰ ਨੇ ਜਦੋਂ ਇਨਵੇਡ ਕੀਤਾ ਹੋਇਆ ਸੀ ਇੱਕ ਵਾਰ, ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਇੱਕ ਪੱਛਮ ਦੀ ਉਦਾਸੀ ਤੋਂ ਵਾਪਸ ਆ ਰਹੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਦੇ ਪ੍ਰਚਾਰ ਦੇ ਲਈ, ਆਪਣੀਆਂ ਸਿੱਖਿਆਵਾਂ ਦੇ ਪ੍ਰਚਾਰ ਦੇ ਲਈ ਅਲੱਗ ਚਾਰੋਂ ਦਿਸ਼ਾਵਾਂ ਦੇ ਵਿੱਚ 4 ਯਾਤਰਾਵਾਂ ਕੀਤੀਆਂ ਸਨ, ਲੰਬੀਆਂ ਯਾਤਰਾਵਾਂ ਕੀਤੀਆਂ ਸਨ ਜਿਨ੍ਹਾਂ ਨੂੰ ਉਦਾਸੀਆਂ ਦਾ ਨਾਮ ਦਿੱਤਾ ਜਾਂਦਾ ਹੈ। ਤਾਂ ਉਹ ਇੱਕ ਵਾਰ ਜਦੋਂ ਵਾਪਸ ਆ ਰਹੇ ਸਨ ਉਦਾਸੀ ਤੋਂ, ਤਾਂ ਸੈਦਪੁਰ ਵਿਖੇ ਬਾਬਰ ਨੇ ਉਹਨਾਂ ਨੂੰ ਜੋ ਹੈ ਬੰਦੀ ਬਣਾ ਲਿਆ ਸੀ ਤੇ ਲੇਕਿਨ ਕੁਝ ਦੇਰ ਬਾਅਦ ਜੋ ਹੈ ਉਹਨਾਂ ਨੂੰ ਛੱਡ ਵੀ ਦਿੱਤਾ ਸੀ। ਬਾਬਰ ਦੁਆਰਾ ਕੀਤੇ ਜਾਂਦੇ ਜ਼ੁਲਮ ਨੂੰ ਦੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਨੂੰ ਜਾਬਰ ਦਾ ਨਾਮ ਦਿੰਦੇ ਹਨ। ਜਾਬਰ ਮਤਲਬ ਬਹੁਤ ਜ਼ੁਲਮ ਕਰਨ ਵਾਲਾ, ਰਾਈਟ। ਤਾਂ ਉਸ ਤੋਂ ਬਾਅਦ ਬਾਬਰ ਤੋਂ ਬਾਅਦ ਉਸ ਦਾ ਪੁੱਤਰ ਆਉਂਦਾ ਹੈ ਹੁਮਾਯੂ। ਹੁਮਾਯੂ ਆਪਣੇ ਪਿਤਾ ਬਾਬਰ ਦੀ ਤਰ੍ਹਾਂ ਅਤੇ ਆਪਣੇ ਪੁੱਤਰ ਅਕਬਰ ਦੀ ਤਰ੍ਹਾਂ ਯੋਗ ਸ਼ਾਸਕ ਨਹੀਂ ਸੀ, ਉਹ ਬਹੁਤ ਪਾਵਰਫੁਲ ਸ਼ਾਸਕ ਨਹੀਂ ਸੀ, ਇਸ ਲਈ ਉਹ ਆਪਣੇ ਜੋ ਸ਼ਾਸਨ ਦੀ ਹੈ ਉਹ ਰੱਖਿਆ ਨਹੀਂ ਕਰ ਸਕਿਆ। ਇਸ ਲਈ ਇੱਕ ਅਫਗਾਨ ਸੋਲਜਰ ਸ਼ੇਰਸ਼ਾਹ ਸੂਰੀ ਉਸ ਨੂੰ ਬੈਟਲ ਆਫ ਚੌਸਾ ਅਤੇ ਬੈਟਲ ਆਫ ਕਨੌਜ ਦੇ ਵਿੱਚ ਹਰਾ ਦਿੰਦਾ ਹੈ। ਤਾਂ ਉਸ ਤੋਂ ਬਾਅਦ ਸ਼ਾਸਨ ਆ ਜਾਂਦਾ ਹੈ ਸ਼ੇਰਸ਼ਾਹ ਸੂਰੀ ਦਾ। ਸ਼ੇਰਸ਼ਾਹ ਸੂਰੀ ਬਹੁਤ ਹੀ ਆਪਣੇ ਸ਼ਾਸਨ ਦਾ ਜੋ ਹੈ ਬਹੁਤ ਵਿਸਥਾਰ ਕਰਦਾ ਹੈ। ਉਹ ਆਪਣੇ ਆਪ ਨੂੰ ਐਂਪਰਰ ਆਫ ਇੰਡੀਆ ਦੇ ਟਾਈਟਲ ਦੇ ਨਾਲ ਅਜ਼ਿਊਮ ਕਰਦਾ ਹੈ, ਰਾਈਟ। ਐਂਡ ਲੇਕਿਨ ਜੋ ਸ਼ੇਰਸ਼ਾਹ ਸੂਰੀ ਦੇ ਸਕਸੈਸਰ ਸਨ ਉਹ ਇੰਨੇ ਜ਼ਿਆਦਾ ਕਾਬਿਲ ਰੂਲਰ ਨਹੀਂ ਸਨ। ਤਾਂ ਹੁਮਾਯੂ 15 ਸਾਲ ਦੀ ਐਗਜ਼ਾਈਲ ਦੇ ਵਿੱਚ ਚਲਾ ਗਿਆ ਸੀ, ਦੇਸ਼ ਛੱਡ ਕੇ ਚਲਾ ਜਾਂਦਾ ਹੈ ਜਦੋਂ ਉਹ ਹਾਰ ਜਾਂਦਾ ਹੈ। ਤਾਂ ਲੇਕਿਨ ਜਦੋਂ ਇਹ ਸ਼ੇਰਸ਼ਾਹ ਸੂਰੀ ਦੇ ਸਕਸੈਸਰਸ ਇੰਨੇ ਵੀਕ ਹੁੰਦੇ ਹਨ ਤਾਂ ਹੁਮਾਯੂ ਵਾਪਸ ਆਉਂਦਾ ਹੈ ਅਤੇ ਆਪਣਾ ਰਾਜ ਮੁੜ ਉਹਨਾਂ ਤੋਂ ਹਥਿਆ ਲੈਂਦਾ ਹੈ, ਰਾਈਟ। ਤਾਂ ਹੁਣ ਅਗੇਨ ਹੁਮਾਯੂ ਜੋ ਹੈ ਸ਼ਾਸਕ ਬਣ ਗਿਆ ਹੈ, ਠੀਕ ਹੈ। ਤਾਂ ਹੁਮਾਯੂ ਤੋਂ ਬਾਅਦ ਉਸਦਾ ਪੁੱਤਰ ਆਉਂਦਾ ਹੈ ਅਕਬਰ, ਠੀਕ ਹੈ। ਤਾਂ ਅਕਬਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਬਹੁਤ ਧਰਮ ਨਿਰਪੱਖ ਰਾਜਾ ਸੀ। ਉਸਦੀ ਕੋਰਟ ਦੇ ਵਿੱਚ ਹਰ ਧਰਮ ਦੇ ਲੋਕ ਮੌਜੂਦ ਹੁੰਦੇ ਸਨ ਐਂਡ ਉਹ ਮਤਲਬ ਉਸਦੇ ਸ਼ਾਸਨ ਦੇ ਵਿੱਚ ਹਰ ਧਰਮ ਦੇ ਲੋਕਾਂ ਨੂੰ ਸਨਮਾਨ ਦਿੱਤਾ ਜਾਂਦਾ ਸੀ, ਬਰਾਬਰ ਦੇ ਅਧਿਕਾਰ ਉਹਨਾਂ ਨੂੰ ਦਿੱਤੇ ਜਾਂਦੇ ਸਨ। ਤਾਂ ਉਸਦੇ ਜੋ ਅਕਬਰ ਦੇ ਜੋ ਉਸ ਤੋਂ ਬਾਅਦ ਉੱਤਰਾਧਿਕਾਰੀ ਸਨ ਜਿਵੇਂ ਜਹਾਂਗੀਰ ਅਤੇ ਔਰੰਗਜ਼ੇਬ, ਇਹ ਬਹੁਤ ਜ਼ਿਆਦਾ ਕੱਟੜ ਰਾਜੇ ਸਨ। ਇਹਨਾਂ ਨੇ ਧਾਰਮਿਕ ਕੱਟੜਤਾ ਨੂੰ ਅਪਣਾਇਆ। ਹਿੰਦੂਆਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕੀਤੇ ਜਾਣ ਲੱਗੇ, ਹਿੰਦੂਆਂ ਦੇ ਮੰਦਰਾਂ ਨੂੰ ਤੋੜਿਆ ਜਾਣ ਲੱਗਿਆ, ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗਿਆ। ਤਾਂ ਇੱਥੇ ਉਹਨਾਂ ਦੀ ਟੱਕਰ ਦੇ ਵਿੱਚ ਖੜੇ ਹੁੰਦੇ ਹਨ ਸਿੱਖ ਗੁਰੂ ਸਾਹਿਬਾਨ, ਰਾਈਟ। ਤਾਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ, 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਧਰਮ ਦੇ ਰਕਸ਼ਾ ਦੇ ਵਾਸਤੇ ਆਪਣੀ ਕੁਰਬਾਨੀ ਦਿੰਦੇ ਹਨ, ਆਪਣੀ ਸ਼ਹੀਦੀ ਦਿੰਦੇ ਹਨ, ਰਾਈਟ। ਤਾਂ ਉਸ ਤੋਂ ਬਾਅਦ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਿੱਖਾਂ ਨੂੰ ਸੈਨਿਕ ਦਾ ਰੂਪ ਦਿੰਦੇ ਹਨ ਅਤੇ ਆਪ ਵੀ ਉਹ ਮੀਰੀ ਅਤੇ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕਰਦੇ ਹਨ। ਉਸ ਤੋਂ ਬਾਅਦ ਜੇ ਆਪਾਂ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਾਂ ਧਰਮ ਦੀ ਰਕਸ਼ਾ ਵਾਸਤੇ ਆਪਣਾ ਪੂਰਾ ਵੰਸ਼ ਹੀ ਵਾਰ ਦਿੱਤਾ, ਰਾਈਟ। ਤਾਂ ਇਹ ਸਭ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਮੁਗਲਾਂ ਦੇ ਕਿਸ ਤਰ੍ਹਾਂ ਦੇ, ਮੁਗਲ ਰਾਜਿਆਂ ਦੇ ਕਿਸ ਤਰ੍ਹਾਂ ਦੇ ਸੰਬੰਧ ਰਹੇ ਸਨ ਸਿੱਖ ਗੁਰੂ ਸਾਹਿਬਾਨ ਦੇ ਨਾਲ, ਇਹ ਸਭ ਆਪਾਂ ਹਿਸਟਰੀ ਆਫ ਸਿੱਖੀਜ਼ਮ ਦੇ ਵਿੱਚ ਡਿਟੇਲ ਦੇ ਵਿੱਚ ਕਰਾਂਗੇ। ਸੋ ਅੱਜ ਇੰਨਾ ਹੀ। ਥੈਂਕ ਯੂ ਸੋ ਮਚ।